ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਨਵਾਂ ਲੈਕਚਰ ਸ਼ਾਰਟਕਟ ਕੀ 2019। ਠੀਕ ਹੈ, ਵੈਸੇ ਤਾਂ ਸ਼ਾਰਟਕਟ ਕੀ 2019 ਬਹੁਤ ਆਈਆਂ, ਪਰ ਸਿਰਫ ਮੈਂ ਉਹੀ ਲੈ ਕੇ ਆਇਆ ਜਿਹੜੀਆਂ ਪੇਪਰਾਂ ਦੇ ਵਿੱਚ ਆਈਆਂ ਹੋਈਆਂ ਜਾਂ ਇੰਪੋਰਟੈਂਟ ਨੇ। ਠੀਕ ਹੈ, ਜੇ ਤੁਹਾਨੂੰ ਕੋਈ ਸ਼ਾਰਟਕਟ ਕੀ ਮਿਲੂ, ਬਹੁਤ ਚਾਂਸ ਨੇ ਕਿ ਇਹਨਾਂ ਦੇ ਵਿੱਚ ਸ਼ਾਰਟਕਟ ਕੀਆਂ ਮਿਲਣ। ਅਤੇ ਇਹ ਲੈਕਚਰ ਸਾਰੇ ਬੱਚਿਆਂ ਵਾਸਤੇ ਹੈਗਾ, ਜਿਨ੍ਹਾਂ ਨੇ ਸੁਪਰਵਾਈਜ਼ਰ ਦਾ ਪੇਪਰ ਦੇਣਾ ਉਹਨਾਂ ਵਾਸਤੇ ਵੀ, ਅਤੇ ਜਿਨ੍ਹਾਂ ਨੇ PSPCL ਦਾ ਦੇਣਾ ਉਹਨਾਂ ਵਾਸਤੇ ਵੀ, ਅਤੇ ਪੰਜਾਬ ਪੁਲਿਸ ਅਤੇ ਕਾਂਸਟੇਬਲ ਵਾਲਿਆਂ ਦਾ, ਹੈੱਡ ਕਾਂਸਟੇਬਲ ਵਾਲਿਆਂ ਦਾ ਦੇ ਨਹੀਂ ਦੇਣਾ ਗਾ। ਠੀਕ ਹੈ, ਉਹ ਤਾਂ ਦੇਖਣਾ ਹੀ ਦੇਖਣਾ। ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਭਾਈ, ਸ਼ੇਅਰ ਕਰ ਦਿਓ ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ। ਠੀਕ ਹੈ, ਅਤੇ ਆਹ ਲੈਕਚਰ ਜ਼ਰੂਰ ਲਾਉਣਾ ਸਾਰੇ ਬੱਚੇ ਨੇ। ਦੇਖੋ, MS ਪਾਵਰ ਪੁਆਇੰਟ ਜਿਹੜਾ 2019 ਦਾ ਪਾਵਰ ਪੁਆਇੰਟ ਆਪਣਾ MS ਪਾਵਰ ਪੁਆਇੰਟ ਕਾਹਦਾ ਪਾਰਟ ਹੈ? ਇਹ MS ਆਫਿਸ ਦਾ ਪਾਰਟ ਹੈਗਾ। ਠੀਕ ਹੈ, MS ਆਫਿਸ ਦੇ 3 ਪਾਰਟ ਹੈ: ਪਾਵਰ ਪੁਆਇੰਟ, MS ਵਰਡ, MS ਐਕਸਲ। ਠੀਕ ਹੈ, ਪਾਵਰ ਪੁਆਇੰਟ ਕਾਹਦੇ ਵਾਸਤੇ ਵਰਤਿਆ ਜਾਂਦਾ? ਪ੍ਰੈਜੈਂਟੇਸ਼ਨ ਵਾਸਤੇ ਵਰਤਿਆ ਜਾਂਦਾ ਪਾਵਰ ਪੁਆਇੰਟ। ਠੀਕ ਹੈ, 2019 ਦੇ ਵਿੱਚ ਕਹਿੰਦੇ ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਰ ਟੂ ਸ਼ੋ ਐਂਡ ਹਾਈਡ ਦਾ ਗ੍ਰਿਡ। ਗ੍ਰਿਡ ਕੀ ਹੁੰਦਾ ਗਾ? ਜਿਵੇਂ ਆਹ ਦੇਖੋ, ਆਹ ਗ੍ਰਿਡ ਹੁੰਦਾ ਸਾਰਾ। ਠੀਕ ਹੈ, ਤਾਂ ਕਹਿੰਦੇ ਜੇ ਆਪਾਂ ਕੋਈ ਗ੍ਰਿਡ ਨੂੰ ਸ਼ੋਅ ਕਰਨਾ ਜਾਂ ਹਾਈਡ ਕਰਨਾ, ਹਾਈਡ ਮਨੇ ਛਪਾਉਣਾ, ਜਦੋਂ ਉਹਨੂੰ ਸ਼ੋਅ ਕਰਨਾ ਜਾਂ ਛਪਾਉਣਾ, ਤਾਂ ਉਹਦੇ ਵਾਸਤੇ ਆਪਾਂ ਕਿਹੜੀ ਸ਼ਾਰਟਕਟ ਕੀ ਦੀ ਵਰਤੋਂ ਕਰਾਂਗੇ? ਤਾਂ ਇਹਦੇ ਵਾਸਤੇ ਵੀ ਆਪਾਂ ਸ਼ਾਰਟਕਟ ਕੀ ਦੀ ਵਰਤੋਂ ਕਰਾਂਗੇ? Shift + F9। ਸ਼ਿਫਟ ਦੱਬ ਦਾਂਗੇ, ਇਸ ਤੋਂ ਬਾਅਦ ਨਾਲ F ਦੇ ਨਾਲ 9 ਦੱਬ ਦਾਂਗੇ, ਤਾਂ ਆਪਣਾ ਕੀ ਹੋ ਜਾਊਗਾ? ਆਪਣੀ ਸ਼ਾਰਟਕਟ ਕੀ ਦੇ ਨਾਲ ਜਿਹੜਾ ਆਪਣਾ ਗ੍ਰਿਡ ਹੈਗਾ MS ਪਾਵਰ ਪੁਆਇੰਟ ਦੇ ਵਿੱਚ, ਉਹ ਸ਼ੋ ਵੀ ਹੋ ਜਾਊਗਾ ਅਤੇ ਹਾਈਡ ਵੀ ਹੋ ਜਾਊਗਾ। ਠੀਕ ਹੈ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਇਨ MS ਐਕਸਲ। ਸਾਰੇ ਪ੍ਰਸ਼ਨ ਇਕੱਠੇ ਦਿੱਤੇ ਹੋਏ, ਆਪਦੇ ਆਪ ਅਲੱਗ-ਅਲੱਗ ਕਾਪੀ 'ਤੇ ਨੋਟ ਕਰ ਲਓ ਕਿ MS ਐਕਸਲ ਵਾਲੇ ਅਲੱਗ, ਪਾਵਰ ਪੁਆਇੰਟ ਵਾਲੇ ਅਲੱਗ, MS ਵਰਡ ਵਾਲੇ ਅਲੱਗ। ਇਨ MS ਐਕਸਲ 2019 ਦੇ ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਡ। ਕਹਿੰਦੇ 2021 ਦਾ ਜਿਹੜਾ ਆਪਣਾ MS ਐਕਸਲ ਹੈਗਾ, ਐਕਸਲ ਦੀ ਵਰਤੋਂ ਕਾਹਦੇ ਵਾਸਤੇ ਕੀਤੀ ਜਾਂਦੀ ਹੈ? ਸਪਰੈਡਸ਼ੀਟ ਬਣਾਉਣ ਵਾਸਤੇ। ਠੀਕ ਹੈ, ਇਹਦੀ ਫਾਈਲ ਦੀ ਇੰਡੈਕਸ਼ਨ ਕੀ ਹੁੰਦੀ ਹੈ? XLS। ਇਹਦੀ ਫਾਈਲ ਦੀ ਪਛਾਣ ਪਤਾ ਲੱਗੂਗਾ, ਜਿਹਦੇ ਮਗਰ XL ਹੋਊਗਾ ਅਤੇ ਉਹਦੇ ਮਗਰ PPT ਹੋਊਗਾ। ਜਿਹੜਾ PPT X ਲਿਖਿਆ ਹੋਇਆ ਫਿਰ ਤਾਂ ਸਮਝੋ 2007 ਤੋਂ ਬਾਅਦ ਦਾ ਵਰਜਨ ਹੈਗਾ। ਠੀਕ ਹੈ ਜੀ, ਇਹਦੇ ਨਾਲ ਵੀ X ਲਿਖਿਆ ਹੋਇਆ ਤਾਂ ਸਮਝ ਲਓ 2007 ਦਾ ਵਰਜਨ ਹੈ, ਬਾਅਦ ਦਾ ਵਰਜਨ ਹੈ। ਜੇ ਇਕੱਲੇ ਲਿਖਿਆ ਹੋਇਆ ਹੈ ਤਾਂ ਫਿਰ ਸਮਝ ਲਓ ਕਿ 2007 ਤੋਂ ਪਹਿਲਾਂ ਦੇ ਵਰਜਨ ਹੈ। ਇਹਨਾਂ MS ਐਕਸਲ 2019 ਦੇ ਵਿੱਚ ਸ਼ਾਰਟਕਟ ਕੀ ਕਿਹੜੀ ਜਿਹੜੀ ਯੂਜ਼ ਕੀਤੀ ਜਾਂਦੀ ਹੈ? ਓਪਨ ਦਾ ਇਨਸਰਟ ਫੰਕਸ਼ਨ ਆਫ ਵਿੰਡੋ। ਵਿੰਡੋ ਦੇ ਵਿੱਚ ਆਪਾਂ ਕੋਈ ਫੰਕਸ਼ਨ ਹੈ ਜਿਹੜਾ ਇਨਸਰਟ ਫੰਕਸ਼ਨ ਓਪਨ ਕਰਨਾ ਗਾ, ਮਤਲਬ ਆਪਾਂ ਕੋਈ ਫੋਟੋ ਲਾਉਣੀ ਹੈ, ਵਿੱਚ ਐਡ ਕਰਨੀ ਹੈ, ਫੋਟੋ ਐਡ ਕਰਨੀ ਹੈ, ਜਾਂ ਕੋਈ ਆਪਾਂ ਚਿੱਤਰ ਐਡ ਕਰਨਾ ਹੈ, ਜਾਂ ਕੋਈ ਇਹੋ ਜਿਹੀ ਚੀਜ਼ ਐਡ ਕਰਨੀ ਹੈ ਜਿਹੜੀ ਆਪਾਂ ਇਨਸਰਟ ਕਰਕੇ ਕਰ ਸਕਦੇ ਹਾਂ। ਠੀਕ ਹੈ, ਤਾਂ ਉਹਦੇ ਵਾਸਤੇ ਆਪਾਂ ਨੂੰ ਜਿਹੜਾ ਉਹ ਵਿੰਡੋ ਦੇ ਵਿੱਚ ਖੁੱਲੂਗਾ ਸਾਰੇ ਇਨਸਰਟ ਫੰਕਸ਼ਨ। ਵੈਸੇ ਤਾਂ ਆਪਾਂ ਨੂੰ ਉੱਪਰ ਜਾਣਾ ਪਊਗਾ ਖੋਲ੍ਹਣ ਵਾਸਤੇ, ਜੇ ਆਪਾਂ ਸ਼ਾਰਟਕਟ ਕੀਤਾ ਆਪਾਂ ਤਾਂ ਡਾਇਰੈਕਟ ਹੀ ਖੁੱਲ੍ਹ ਜੂਗਾ। ਤਾਂ ਇਹਦਾ ਆਨਸਰ ਹੈਗਾ ਭਾਈ ਆਪਸ਼ਨ ਨੰਬਰ C, Shift + F3। ਜਦੋਂ ਆਪਾਂ ਦੱਬ ਦਾਂਗੇ ਤਾਂ ਜਿਹੜਾ ਭਾਈ ਇਨਸਰਟ ਕਰਨੀ ਹੈ ਕੋਈ ਵੀ ਚੀਜ਼, ਆਪਾਂ ਫੋਟੋ ਇਨਸਰਟ ਕਰਨੀ ਹੈ, ਵਿੱਚ ਕੁਛ ਵੀ ਇਨਸਰਟ ਕਰਨਾ ਵਿੰਡੋ ਦੇ ਵਿੱਚ, ਤਾਂ ਉਹ ਡਾਇਰੈਕਟ ਹੀ ਓਪਨ ਹੋ ਜੂਗਾ। ਇਸ ਤੋਂ ਬਾਅਦ ਆ ਗਿਆ ਆਪਣਾ ਤੀਸਰੇ ਨੰਬਰ 'ਤੇ। ਕਹਿੰਦੇ MS ਐਕਸਲ 2019 ਦੇ ਵਿੱਚ ਇਹਨਾਂ 'ਚ ਦੱਸੋ ਕਿ ਸਹੀ ਜੋੜਾ ਕਿਹੜਾ ਸਹੀ ਹੈ, ਕਿਹੜਾ ਜੋੜਾ ਸਹੀ ਹੈ? ਕਹਿੰਦੇ ABC ਹੈ ਜਿਹੜਾ ਮੈਥ ਦੇ ਵਿੱਚ ਆਪਣੇ ਦੇ ਵਿੱਚ EBS ਹੁੰਦਾ ਗਾ। EBS ਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ? EBS ਦੇ ਵਿੱਚ ਇਹ ਕਹਿੰਦੇ ਆ ਜਾਂਦਾ ਗਾ ਮੈਥ ਟ੍ਰਿਗਨੋਮੈਟਰੀ ਆ ਜਾਂਦੀ ਹੈ, ਅਤੇ NBW NPB ਦੇ ਵਿੱਚ ਫਾਈਨੈਂਸ਼ੀਅਲ ਆ ਜਾਂਦੀ। ਦੱਸੋ ਸਹੀ ਹੈ ਤਾਂ ਗਲਤ ਹੈ ਦੋਨੇ? ਤਾਂ ਭਾਈ ਇਹ ਦੋਨੇ ਸਹੀ ਹੈਗੇ। ਠੀਕ ਹੈ, EBS ਦੇ ਵਿੱਚ ਵੀ ਕੀ ਆ ਜਾਂਦਾ ਆਪਣਾ? ਮੈਥ ਅਤੇ ਟ੍ਰਿਗਨੋਮੈਟਰੀ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਅਤੇ ਉਹਦੇ ਵਿੱਚ ਆ ਜਾਂਦੀਆਂ ਫਾਈਨੈਂਸ਼ੀਅਲ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਣੀਆਂ, ਉਹ ਆ ਜਾਂਦੀਆਂ। ਠੀਕ ਹੈ, ਹੁਣ ਚੱਲਦੇ ਹਾਂ ਆਪਾਂ ਅਗਲੇ 'ਤੇ। ਬਸ ਸਿੱਧੀ ਯਾਦ ਕਰ ਲਓ ਡਾਇਰੈਕਟ ਹੀ। ਵਿੱਚ ਜੀ ਫੋਲੋਇੰਗ ਸ਼ਾਰਟਕਟ ਕੀ ਕਾਪੀ ਟੂ ਦਾ ਟੈਕਸਟ। ਕਾਪੀ ਦਾ ਸਿਲੈਕਟ ਟੈਕਸਟ, ਮਤਲਬ ਜੇ ਕੋਈ ਟੈਕਸਟ ਲਿਖੇ ਹੋਇਆ ਮੈਂ ਉਹਨੂੰ ਕਾਪੀ ਕਰਨਾ ਸਾਰੇ ਨੂੰ MS ਵਰਡ 2019 ਦੇ ਵਿੱਚ, ਤਾਂ ਕਿਹੜੀ ਚੀਜ਼ ਵਰਤੂੰਗਾ ਮੈਂ? ਤਾਂ ਮੈਂ ਇੱਕ ਵਾਰ ਵਰਤੂੰਗਾ Ctrl+C। ਠੀਕ ਹੈ, ਤਾਂ ਬਹੁਤ ਸੌਖਾ ਹੈਗਾ। Ctrl+C ਦੇ ਨਾਲ ਮੈਂ ਕੀ ਕਰੂੰਗਾ? MS ਵਰਡ ਦੇ ਵਿੱਚ ਉਹ ਕਰੂੰਗਾ ਕਾਪੀ ਦਾ ਸਿਲੈਕਟਡ ਇਨ MS ਵਰਡ ਟੈਕਸਟ। ਅਤੇ ਇੱਕ ਗੱਲ ਹੋਰ, ਇਹਦੀ ਫਾਈਲ ਦੀ ਪਛਾਣ ਕੀ ਹੈਗੀ? ਇਹਦੇ ਮਗਰ ਲਿਖਿਆ ਹੋਊਗਾ DOS। ਜਿਹਦੀ ਫਾਈਲ ਦੇ ਮਗਰ DOS X ਲਿਖਿਆ ਤਾਂ ਇਹ ਸਮਝ ਲਓ ਕਿ 2007 ਤੋਂ ਬਾਅਦ ਦਾ ਵਰਜਨ ਹੈਗਾ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਕਹਿੰਦੇ ਇਨ MS ਐਕਸਲ ਦੇ ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਐਂਟਰ ਦਾ ਕਰੰਟ ਟਾਈਮ। ਐਕਸਲ ਦੇ ਵਿੱਚ ਆਪਾਂ ਕਰੰਟ ਟਾਈਮ ਪਾਉਣਾ ਗਾ, ਜਿਵੇਂ ਮਤਲਬ ਹੁਣ ਦਾ ਸਮਾਂ ਪਾਉਣਾ ਆਪਾਂ। ਠੀਕ ਹੈ, ਤਾਂ ਉਹਦੇ ਵਾਸਤੇ ਆਪਾਂ ਕਾਹਦੀ ਵਰਤੋਂ ਕਰਾਂਗੇ ਹੁਣ ਦਾ ਸਮਾਂ ਪਾਉਣ ਵਾਸਤੇ? ਇਹਦੀ ਜੇ ਆਪਾਂ ਵਰਤੋਂ ਕਰਾਂਗੇ, ਕਹਿੰਦੇ Ctrl+Shift+ ਇੱਕ ਡਾਟ ਤਾਂ ਆ ਹੁੰਦਾ ਪੁੱਤਰੋ, ਸਿੱਧੇ ਡਾਟ ਹੁੰਦੇ, ਇੱਕ ਡਾਟ ਆਏ ਜੇ ਹੁੰਦਾ ਗਾ। ਠੀਕ ਹੈ, ਤਾਂ ਆਪਾਂ ਵਰਤਾਂਗੇ ਇਹਦੇ ਵਿੱਚ ਬਈ Ctrl ਦੇ ਨਾਲ ਸ਼ਿਫਟ ਨੱਪ ਕੇ ਪਲੱਸ ਦੇ ਨਾਲ ਆਪਾਂ
ਪਲੱਸ ਆਪਾਂ ਆਹ ਦੱਬ ਦਾਂਗੇ, ਠੀਕ ਹੈ। ਕੰਟਰੋਲ ਸ਼ਿਫਟ ਦੱਬ ਕੇ ਇਸ ਤੋਂ ਬਾਅਦ ਆਹ 2 ਨੱਪ ਦਾਂਗੇ, ਤਾਂ ਇਹਦੇ ਨਾਲ ਕੀ ਹੋ ਜਾਊਗਾ ਆਪਣਾ ਜਿਹੜਾ ਕਰੰਟ ਟਾਈਮ ਹੈ ਉਹ ਸਮੇਂ ਦਾ ਉਹ ਨਾਲ ਦੀ ਨਾਲ ਹੀ ਪੈ ਜਾਊਗਾ ਜਿਹੜੀ ਆਪਾਂ ਸਪਰੈਡਸ਼ੀਟ ਬਣਾ ਰਹੇ ਹਾਂ, ਠੀਕ ਹੈ। ਜਿਹੜੀ ਆਪਾਂ ਸਪਰੈਡਸ਼ੀਟ ਬਣਾ ਰਹੇ ਹਾਂ, ਤਾਂ ਇਹਦਾ ਆਨਸਰ ਆ ਜਾਊਗਾ A ਨੰਬਰ ਆਪਸ਼ਨ। ਆਹ ਤੁਹਾਨੂੰ ਕੱਲ੍ਹ ਕਰਵਾ ਕੇ ਗਿਆ ਸੀ, ਟੂ ਫਾਈਟ ਫੇਕ ਨਿਊਜ਼। ਕਹਿੰਦੇ ਆਪਾਂ ਫਾਈਟ ਕਰਨੀ ਆ ਫੇਕ ਨਿਊਜ਼ ਨਾਲ, ਜਿਹੜੀਆਂ ਵੀ ਫੇਸਬੁੱਕ 'ਤੇ ਪਾਉਂਦੇ ਆ। ਥਰਡ ਪਾਰਟੀ ਪੈਕਟ ਦੀ ਚੈਕਿੰਗ ਹੋਇਆ ਕਰੂਗੀ। ਇਹ ਜਿਹੜੀ ਸੁਵਿਧਾ ਗੀ ਕਦੋਂ ਇੰਟਰੋਡਿਊਸ ਕੀਤਾ ਗਿਆ ਕਿ ਕੋਈ ਵੀ ਬੰਦਾ ਫੇਸਬੁੱਕ 'ਤੇ ਕੋਈ ਜਾਲੀ ਚੀਜ਼ ਨਹੀਂ ਪਾ ਸਕਦਾ। ਇਹ ਕਰਿਆ ਗਿਆ 2016 ਦੇ ਵਿੱਚ। ਤਾਂ ਡੀ ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਇਸ ਤੋਂ ਬਾਅਦ MS ਪਾਵਰਪੁਆਇੰਟ 2019 ਵਿੱਚ ਸ਼ਾਰਟਕਟ ਕੀ ਇਸ ਯੂਜ਼ਰ ਟੂ ਰੀਡੋ ਦਾ ਲਾਸਟ ਐਕਸ਼ਨ। ਜੇ ਆਪਾਂ ਰੀਡੋ ਨਾਲ ਕੋਈ ਵੀ ਗੱਲ ਕਰਨੀ ਹੈ ਤਾਂ ਉਹ ਬਾਈ ਨਾਲ ਹੀ ਹੁੰਦੀ ਹੈ, ਠੀਕ ਹੈ। ਜੇ ਅੰਡੋ ਬਾਰੇ ਕੋਈ ਗੱਲ ਕਰਨੀ ਹੈ, ਅੰਡੋ ਨੋਟ ਹੁੰਦੀ ਹੈ ਜੈਡ ਨਾਲ, ਤਾਂ ਇਹਦਾ ਮਤਲਬ ਜੈਡ ਵਾਲੇ ਤਾਂ ਦੋਨੇ ਕੱਟੇ ਗਏ, ਰੀਡੋ ਦੀ ਗੱਲ ਆ ਗਈ। ਤਾਂ ਇਹ ਕਰੀ ਜਾਊਗੀ ਭਾਈ ਕੰਟਰੋਲ ਬਲਾਈ, ਜੋ ਕੰਟਰੋਲ ਪਲੱਸ ਬਾਈ ਕਰਾਂਗੇ ਆਪਾਂ, ਤਾਂ ਆਪਣੇ ਜਿਹੜਾ ਰੀਡੋ ਦਾ ਮਤਲਬ ਹੁੰਦਾ ਪ੍ਰੀਸ਼ਨ ਕੀ ਵਾਰੀ ਇਹ ਇਹਦਾ ਰੀਡੋ ਦਾ ਕੀ ਮਤਲਬ, ਰੀਡੋ ਕੀ ਕਰਦੇ ਲਾਸਟ ਐਕਸ਼ਨ ਪਰਫੋਰਮ ਕਰਦੀ ਹੈ। ਮਤਲਬ ਜਿਵੇਂ ਮੈਂ ਇੱਥੇ GAGN ਗਗਨ ਲਿਖਤਾ, ਇੱਥੇ ਭਾਈ ਮੈਨੂੰ ਲੱਗਿਆ ਕਿ N ਗਲਤ ਹੈ, ਇੱਥੇ ਮੈਂ D ਪਾਉਣੀ ਸੀ ਨਾਲ, ਤਾਂ ਮੈਂ ਬੈਕ ਕਰਨ ਦੀ ਬਜਾਏ ਜਦੋਂ ਇਹ ਦੱਬੂਗਾ ਤਾਂ ਕੱਟੀ ਜਾਊਗੀ, ਅਤੇ ਇੱਥੇ ਮੈਂ D ਪਾ ਦੂੰਗਾ, ਠੀਕ ਹੈ। ਉਹ ਪਿਛਲਾ ਅਕਸ਼ਰ D ਪਾਤਾ, ਬਾਅਦ ਵਿੱਚ ਮੈਨੂੰ ਫਿਰ ਪਤਾ ਲੱਗਿਆ ਯਾਰ ਮੈਂ D ਨਹੀਂ ਪਾਉਣੀ ਸੀ, ਮੈਂ N ਪਾਉਣੀ ਸੀ, ਠੀਕ ਹੈ। ਮੁੜ ਕੇ ਜਦੋਂ ਲਾਸਟ ਐਕਸ਼ਨ ਪਲੇਟਫਾਰਮ 'ਤੇ ਜਾਊਂਗਾ ਤਾਂ ਉਹ N ਆ ਜਾਊਗੀ, ਠੀਕ ਹੈ। ਟਾਈਪ ਕਰਨ ਦੀ ਲੋੜ ਨਹੀਂ ਪੈਣੀ, ਲਾਸਟ ਐਕਸ਼ਨ ਪਰਫੋਰਮ ਕਰਦੀ ਹੈ। ਤਾਂ A ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਇਹਨਾਂ MS ਪਾਵਰਪੁਆਇੰਟ 2019 ਦੇ ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਮੂਵ ਦਾ ਸਿਲੈਕਟਡ ਸਲਾਈਡ ਐਂਡ ਸਿਲੈਕਸ਼ਨ ਅਪ ਆਰਡਰ ਇਨ ਸਲਾਈਡ। ਕਹਿੰਦੇ MS ਪਾਵਰਪੁਆਇੰਟ 2019 ਦੇ ਵਿੱਚ ਸ਼ਾਰਟਕਟ ਕੀ ਕਿਹੜੀ ਹੈ ਜਿਹਦੇ ਵਿੱਚ ਆਪਾਂ ਜਿਹੜੀ ਸਲਾਈਡ ਹੁੰਦੀ ਹੈ, ਸਲਾਈਡ ਜਾਂ ਸੈਕਸ਼ਨ ਹੁੰਦਾ ਉਹਨੂੰ ਆਰਡਰ ਦੇ ਵਿੱਚ ਲਾਉਣਾ ਗਾ। ਜੇ ਮੰਨ ਲਓ ਮੇਰੀਆਂ ਫੋਟੋਆਂ ਪਈਆਂ, ਆਹ ਪਈਆਂ ਫੋਟੋਆਂ, ਮੈਂ ਦੇਖਣਾ ਚਾਹੁੰਦਾ ਕਿ ਮੈਂ ਸਲਾਈਡ ਦੇ ਵਿੱਚ ਦੇਖਣਾ ਚਾਹੁੰਦਾ, ਮੈਂ ਜੋ ਸਲਾਈਡ ਆਨ ਕਰ ਦੂੰਗਾ ਤਾਂ ਇਹ ਮੇਰੇ ਮੂਹਰੇ ਆਪ ਹੀ 2-2 ਸਕਿੰਟਾਂ ਬਾਅਦ ਜਾਂ 3 ਜਿੰਨਾ ਵੀ ਆਪਾਂ ਟਾਈਮ ਲਾਵਾਂਗੇ ਆਪਣੇ ਆਪ ਹੀ ਆਪਣੇ ਮੂਹਰੇ ਆ ਕੇ ਅੱਗੇ ਅੱਗੇ ਜਾਈ ਜਾਣਗੀਆਂ। ਕਹਿੰਦੇ ਇਹ ਚੀਜ਼ ਕਰਨ ਵਾਸਤੇ ਆਪਾਂ ਮੂਵ ਦਾ ਸਿਲੈਕਟਡ ਸਲਾਈਡ ਜਾਂ ਸੈਕਸ਼ਨ ਇਨ ਦਾ ਆਰਡਰ ਇਨ ਦਾ ਸਲਾਈਡ ਕਰਨੀ ਹੈ, ਤਾਂ ਆਪਾਂ ਕਿਹੜੀ ਕੀ ਦੀ ਵਰਤੋਂ ਕਰਾਂਗੇ, ਤਾਂ ਆਪਾਂ ਵਰਤੋਂ ਕਰਾਂਗੇ ਭਾਈ A ਨੰਬਰ ਆਪਸ਼ਨ ਦੀ। ਕੰਟਰੋਲ ਪਲੱਸ ਦੇ ਨਾਲ, ਕੰਟਰੋਲ ਪਲੱਸ ਤਾਂ ਵਾਲੀ ਜਿਹੜੀ 4 ਐਰੋ ਹੁੰਦੀਆਂ ਨਾ ਆਪਣੇ, ਇੱਕ ਐਰੋ ਆ ਹੁੰਦੀ, ਇੱਕ ਆ ਹੁੰਦੀ, ਇੱਕ A ਆਪਣੇ 4 ਐਰੋ ਹੁੰਦੀਆਂ, ਤਾਂ ਆਪਾਂ ਕੰਟਰੋਲ ਦੇ ਨਾਲ ਜੋ ਤਾਂ ਵਾਲੀ ਐਰੋ ਦੱਬਾਂਗੇ ਆਪਾਂ, ਠੀਕ ਹੈ। ਤਾਂ ਕੀ ਹੋ ਜਾਊਗਾ ਆਪਣੇ ਮੂਵ ਦਾ ਸਿਲੈਕਟਡ ਸਲਾਈਡ ਐਂਡ ਸੈਕਸ਼ਨ ਅਪ ਇਨ ਆਰਡਰ ਇਨ ਏ ਸਲਾਈਡ। ਇਹਨਾਂ ਵਿੱਚੋਂ ਕਿਹੜਾ ਜੋੜਾ ਸਹੀ ਹੈ। ਕਹਿੰਦੇ ਜਿਹੜਾ ਲੇਆਊਟ ਹੈਗਾ ਭਾਈ ਇਹ ਮਾਰਜਨ ਦੇ ਵਿੱਚ ਆਉਂਦਾ ਗਾ, ਸਹੀ ਗੱਲ। ਮਾਰਜਨ ਦੇ ਵਿੱਚ ਲੇਆਊਟ ਮਾਰਜਨ ਦੇ ਵਿੱਚ ਆਉਂਦਾ, ਸਹੀ ਗੱਲ ਆਉਂਦਾ ਗਾ। ਇਨਸਰਟ ਦੇ ਵਿੱਚ ਟੇਬਲ ਆਉਂਦਾ ਗਾ, ਠੀਕ ਹੈ। ਤਾਂ ਇਹ ਦੋਨੇ ਸਹੀ ਹੈ ਭਾਈ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈਗੀ, ਲੇਆਊਟ ਦੇ ਵਿੱਚ ਮਾਰਜਨ ਵੀ ਆਉਂਦਾ ਅਤੇ ਲੇਆਊਟ ਦੇ ਵਿੱਚ ਇਨਸਰਟ ਦੇ ਵਿੱਚ ਟੇਬਲ ਵੀ ਆਉਂਦਾ ਗਾ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਇਹਨਾਂ MS ਪਾਵਰਪੁਆਇੰਟ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਟੋਟਾ ਸਹੀ ਹੈ। ਕਹਿੰਦੇ ਜਿਹੜੇ ਰਿਵਿਊ ਹੈ ਤਾਂ ਨਹੀਂ ਆਪਾਂ ਦੇਖਦੇ ਹੁੰਦੇ ਜਦੋਂ ਆਪਾਂ ਖੋਲ੍ਹਦੇ ਹੁੰਦੇ ਹਾਂ ਹੋਮ, ਮੇਲ, ਵਿਊ, ਰਿਵਿਊ, ਤੁਸੀਂ ਖੋਲ੍ਹੋਗੇ ਨਾ MS ਵਰਡ ਉਹਦੇ ਵਿੱਚ ਇਹ ਜਿਹੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਤਾਂ ਕਹਿੰਦੇ ਉਹਨਾਂ ਦੇ ਵਿੱਚ ਜਿਹੜਾ ਰਿਵਿਊ ਦੇ ਵਿੱਚ ਕਮੈਂਟ ਰਿਵਿਊ ਦੇ ਵਿੱਚ ਆਉਂਦਾ ਇਹ ਪੁੱਛ ਰਹੇ ਆ, ਸਹੀ ਹੈ। ਕਮੈਂਟ ਵਾਲਾ ਸੈਕਸ਼ਨ ਹੁੰਦਾ, ਰਿਵਿਊ ਵਾਲਾ ਸੈਕਸ਼ਨ ਹੁੰਦਾ, ਉਹਦੇ ਵਿੱਚ ਥੱਲੇ ਲਿਖਿਆ ਹੁੰਦਾ ਕਮੈਂਟ, ਬਿਲਕੁਲ ਸਹੀ ਹੈ ਇਹ, ਸਹੀ ਗੱਲ ਹੈ। ਜਿਹਦੇ ਵਿੱਚ ਹੀ ਹੁੰਦਾ ਕਹਿੰਦੇ ਵਿਊ ਦੇ ਵਿੱਚ ਪੇਜ ਮੂਵਮੈਂਟ ਹੁੰਦੀ ਹੈ, ਸਹੀ ਗੱਲ ਹੈ, ਠੀਕ ਹੈ। ਜਿਹੜਾ ਵਿਊ ਵਾਲਾ ਫੰਕਸ਼ਨ ਹੁੰਦਾ ਉਹਦੇ ਵਿੱਚ ਪੇਜ ਓਰੀਐਂਟ, ਪੇਜ ਮੂਵਮੈਂਟ ਆਪਾਂ ਸਾਰਾ ਕੁਛ ਦੇਖ ਸਕਦੇ ਹਾਂ, ਠੀਕ ਹੈ। ਤਾਂ ਇਹ ਆ ਜਾਊਗਾ B ਨੰਬਰ, ਦੋਨੇ ਸਹੀ ਹੈ ਬਾਈ। C ਨੰਬਰ ਆਪਸ਼ਨ ਦਾ ਆਨਸਰ ਆ ਜਾਊਗਾ। ਦੋਨੇ ਚੀਜ਼ਾਂ ਹੀ ਸਹੀ ਹੈ, ਰਿਵਿਊ ਦੇ ਵਿੱਚ ਕਮੈਂਟ ਆਉਂਦੇ ਅਤੇ ਵਿਊ ਦੇ ਵਿੱਚ ਪੇਜ ਮੂਵਮੈਂਟ ਆਉਂਦੀ ਹੈ। ਇਹਨਾਂ MS ਪਾਵਰਪੁਆਇੰਟ 2019 ਦਾ ਜਿਹੜਾ ਇਹਦੇ ਵਿੱਚ ਦੱਸੋ ਕਿਹੜੀ ਸ਼ਾਰਟਕਟ ਕੀ ਵਰਤੀ ਜਾਂਦੀ ਹੈ ਕਾਪੀ ਫਾਰਮੈਟਿੰਗ ਵਾਸਤੇ। ਉਹ 'ਚ ਆਪਾਂ ਪੜ੍ਹ ਗਏ ਸੀ ਕੰਟਰੋਲ C MS ਵਰਡ ਦੇ ਵਿੱਚ। ਤਾਂ ਕਹਿੰਦੇ ਜੇ ਆਪਾਂ MS ਪਾਵਰਪੁਆਇੰਟ ਦੇ ਵਿੱਚ ਕਾਪੀ ਕਰਨੀ ਹੈ ਤਾਂ ਆਪਾਂ ਕਿਹੜੀ ਫਾਰਮੈਟ ਵਰਤਾਂਗੇ, ਤਾਂ ਇਹਦੇ ਵਾਸਤੇ ਆਪਾਂ ਵਰਤਾਂਗੇ ਭਾਈ B ਨੰਬਰ ਆਪਸ਼ਨ, ਕਿਉਂਕਿ C ਗੱਲ ਇਸੇ ਮਗਰ ਹੀ ਆ ਰਹੀ ਹੈ, ਕੰਟਰੋਲ ਸ਼ਿਫਟ ਪਲੱਸ C, ਠੀਕ ਹੈ। ਕੰਟਰੋਲ ਦੇ ਨਾਲ ਸ਼ਿਫਟ ਪਲੱਸ C ਦੱਬਾਂਗੇ। ਇਸ ਤੋਂ ਬਾਅਦ ਅਗਲਾ MS ਪਾਵਰਪੁਆਇੰਟ ਵਿੱਚ ਇਜ਼ ਫੋਲੋਵਿੰਗ ਅਪਲਾਈ ਸੁਪਰਸਕ੍ਰਿਪਟ। ਸੁਪਰਸਕ੍ਰਿਪਟ ਕੀ ਹੁੰਦੇ ਦੇਖੋ, ਜਿਵੇਂ ਮੈਂ ਲਿਖਤਾ H2O, ਇੱਕ ਲਿਖਤਾ ਮੈਂ H2O, ਜਿਹੜਾ ਛੋਟਾ ਅੱਖਰ ਉੱਪਰ ਪੈਂਦਾ ਗਾ ਇਹਨੂੰ ਤਾਂ ਆਪਾਂ ਕਿਹੜੇ ਹੁੰਦੇ ਆਂਗੇ ਸੁਪਰਸਕ੍ਰਿਪਟ। ਜਿਹੜਾ ਅੱਖਰ ਪੈਰ ਦੇ ਵਿੱਚ ਪੈਂਦਾ ਛੋਟਾ ਇਹਨੂੰ ਆਪਾਂ ਕਹਿੰਦੇ ਹਾਂ ਸਬਸਕ੍ਰਿਪਟ। ਇਹ ਪ੍ਰਸ਼ਨ ਵੀ ਆ ਸਕਦਾ ਕਿ ਜੇਕਰ ਕੋਈ ਅੱਖਰ ਉੱਪਰ ਪਾਇਆ ਜਾਂਦਾ ਸਮਾਲ ਦੇ ਸਾਈਜ਼ ਦੇ ਵਿੱਚ ਉਹਨੂੰ ਕਿਹੜੇ ਨਾਂ ਦਾ ਦਰਜਾ ਦੇਵਾਂਗੇ, ਉਹਨੂੰ ਆਪਾਂ ਸੁਪਰਸਕ੍ਰਿਪਟ, ਜਿਹੜਾ ਥੱਲੇ ਪਾਇਆ ਜਾਂਦਾ ਉਹਨੂੰ ਸਬਸਕ੍ਰਿਪਟ। ਕਹਿੰਦੇ ਆਪਾਂ 19 ਦੇ ਵਿੱਚ ਸੁਪਰਸਕ੍ਰਿਪਟ ਲਾਉਣਾ, ਕਹਿੰਦਾ ਮਤਲਬ ਕਿ ਤਾਂ ਵਾਲਾ ਲਾਉਣਾ ਗਾ, ਠੀਕ ਹੈ ਅੱਖਰ। ਤਾਂ ਕਿਹੜੀ ਵਰਤੋਂ ਕਰਾਂਗੇ ਆਪਾਂ, ਕਿਹੜੀ ਸ਼ਾਰਟਕਟ ਕੀ ਦੀ ਵਰਤੋਂ ਕਰਾਂਗੇ, ਤਾਂ ਇਹਦੇ ਵਾਸਤੇ ਵਰਤੋਂ ਕਰਾਂਗੇ ਆਪਾਂ A ਨੰਬਰ ਆਪਸ਼ਨ ਦੀ। ਕੰਟਰੋਲ ਦੇ ਨਾਲ ਪਲੱਸ ਇਕੁਅਲ ਟੂ ਦੱਬ ਦਾਂਗੇ ਆਪਾਂ,
ਤਾਂ ਆਪਣਾ ਆਪਣੇ ਆਟੋਮੈਟਿਕ ਸਬਸਕ੍ਰਿਪਟ ਉੱਪਰ ਸੁਪਰਸਕ੍ਰਿਪਟ ਉੱਪਰ ਪੈ ਜਾਊਗਾ। ਠੀਕ ਹੈ। ਕੰਟਰੋਲ ਦੇ ਪਲੱਸ ਤਾਂ ਵੈਸੇ ਲਿਖਿਆ ਹੁੰਦਾ ਕਿ ਪਲੱਸ ਦਾ ਮਤਲਬ ਇਹ ਹੁੰਦਾ ਕਿ ਪੁੱਤਰ ਕੰਟਰੋਲ ਦੇ ਨਾਲ ਆਪਾਂ ਆਹ ਇਕੁਅਲ ਟੂ ਦੱਬਣਾ ਗਾ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਪਲੱਸ ਵੀ ਦੱਬਣਾ ਨਾਲ। ਠੀਕ ਹੈ। ਇਹਦਾ ਮਤਲਬ ਐਂ ਹੁੰਦਾ ਹੈਗਾ ਕਿ ਬਸ ਕੰਟਰੋਲ ਦੇ ਨਾਲ ਆਪਾਂ ਇੱਕ ਹੋਰ ਦੱਬਣਾ ਗਾ ਨਾਲ। ਇਸ ਤੋਂ ਬਾਅਦ MS ਪਾਵਰਪੁਆਇੰਟ 2019 ਵਿੱਚ ਹੀ ਫੋਲੋਇੰਗ ਅਪਲਾਈ ਟੂ ਸਬਸਕ੍ਰਿਪਟ ਨੂੰ ਦੱਸਤਾ। ਜਿਵੇਂ ਵਿੱਚ 2 ਪਾਇਆ, ਪੈਰ ਦੇ ਵਿੱਚ ਜਿਹੜਾ ਛੋਟਾ ਅੱਖਰ ਪੈਂਦਾ ਉਹਨੂੰ ਆਪਾਂ ਸਬਸਕ੍ਰਿਪਟ ਕਹਿੰਦੇ ਆ। ਤਾਂ ਕਹਿੰਦੇ ਜਦੋਂ ਆਪਾਂ ਇਹ ਪਾਉਣੀ ਹੈਗੀ ਇਹਦੇ ਵਿੱਚ MS ਪਾਵਰ ਦੇ ਵਿੱਚ ਇਹਦੀ ਸ਼ਾਰਟਕਟ ਕੀ ਕਰੀਏ, ਇਹਦਾ ਆਪਾਂ ਨੂੰ ਪਤਾ ਲੱਗਿਆ ਕੰਟਰੋਲ ਦੇ ਨਾਲ ਇਕੁਅਲ ਟੂ ਦੱਬਣਾ ਗਾ। ਤਾਂ ਇਹਨਾਂ ਵਿੱਚ ਕੀ ਦੱਬਾਂਗੇ ਆਪਾਂ, ਕੰਟਰੋਲ ਦੇ ਨਾਲ ਪਲੱਸ ਇਹ ਨੰਬਰ ਆਪਸ਼ਨ, ਕੰਟਰੋਲ ਦੇ ਨਾਲ ਇਕੱਲਾ ਪਲੱਸ ਦੱਬਾਂਗੇ। ਠੀਕ ਹੈ। ਕੰਟਰੋਲ ਦੇ ਨਾਲ ਪਲੱਸ ਦੱਬਾਂਗੇ ਜਦੋਂ ਆਪਾਂ, ਤਾਂ ਆਪਣੀ ਸਬਸਕ੍ਰਿਪਟ ਵੀ ਆਟੋਮੈਟਿਕ ਭੇਜ ਜੂਗੀ। ਵਿੱਚ ਜੀ ਫੰਕਸ਼ਨ ਫੋਰ F2 ਕੀਬੋਰਡ ਦੇ ਵਿੱਚ ਆਪਣੇ ਜਿਹੜੀਆਂ ਫੰਕਸ਼ਨ ਕੀਜ਼ ਹੁੰਦੀਆਂ ਹੈਗੀਆਂ, ਫੰਕਸ਼ਨ ਕੀ ਕਿੰਨੀਆਂ ਹੁੰਦੀਆਂ ਆਪਣੇ 12 ਹੁੰਦੀਆਂ ਹੈਗੀਆਂ, F1 ਤੋਂ ਲੈ ਕੇ F12 ਤੱਕ। ਠੀਕ ਹੈ। ਇਹ ਕਹਿੰਦੇ F2 ਦੀ ਵਰਤੋਂ ਕਾਹਦੇ ਵਾਸਤੇ ਕੀਤੀ ਜਾਂਦੀ ਹੈ। ਦੇਖੋ ਜਿਹੜੀ F1 ਹੈ ਇਹਦੀ ਵਰਤੋਂ ਕੀਤੀ ਜਾਂਦੀ ਹੈ ਹੈਲਪ ਵਾਸਤੇ। ਠੀਕ ਹੈ। ਤਾਂ ਰੀਨੇਮ ਵਾਸਤੇ ਇਹਦੀ ਵਰਤੋਂ ਕੀਤੀ, ਉਹਦੇ ਵਾਸਤੇ F3 ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਇਹਦੀ ਵਰਤੋਂ ਕੀਤੀ ਜਾਂਦੀ ਹੈ ਭਾਈ C ਵਾਸਤੇ। ਠੀਕ ਹੈ। F2 ਦੀ F12 ਦੀ ਕੀਤੀ ਜਾਂਦੀ ਹੈ ਸੇਵ ਐਜ਼ ਵਾਸਤੇ। ਸੇਵ ਦੇ ਵਿੱਚ ਤਾਂ ਕੋਈ ਚੀਜ਼ ਸਿੱਧੀ ਡਾਇਰੈਕਟਲੀ ਸੇਵ ਹੋ ਜਾਂਦਾ। ਸੇਵ ਐਸ ਦੇ ਵਿੱਚ ਕੋਈ ਵੀ ਚੀਜ਼ ਸੇਵ ਹੋਣ ਵਾਸਤੇ ਲੋਕੇਸ਼ਨ ਮੰਗਦੀ ਹੈ। ਠੀਕ ਹੈ। ਇਹ ਗੱਲ ਵੀ ਯਾਦ ਰੱਖਣੀ ਹੈ ਕਿ ਸੇਵ ਐਸ ਅਤੇ ਸੇਵ ਐਸ ਦੇ ਵਿੱਚ ਕੀ ਫਰਕ ਹੈਗਾ। ਇਸ ਤੋਂ ਬਾਅਦ ਚੱਲਦੇ ਅੱਗੇ। ਇਨ MS Excel 2019 ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਰ ਟੂ ਓਪਨ ਦਾ ਫਾਈਂਡ ਐਂਡ ਰਿਪਲੇਸ ਬਾਕਸ। ਠੀਕ ਹੈ। ਕੋਈ ਫਾਈਂਡ ਕਰਨਾ ਬਾਕਸ ਜਾਂ ਉਹਦੀ ਸਾਰੇ ਕੋਈ ਨਵਾਂ ਬਾਕਸ ਰਿਪਲੇਸ ਕਰਨਾ ਉਹਦੀ ਜਗ੍ਹਾ 'ਤੇ, ਤਾਂ ਆਪਾਂ ਕਿਹੜੀ ਸ਼ਾਰਟਕਟ ਕੀ ਦੀ ਵਰਤੋਂ ਕਰਾਂਗੇ, ਤਾਂ ਆਪਾਂ ਵਰਤੋਂ ਕਰਾਂਗੇ ਆਪਣੀ B ਨੰਬਰ ਆਪਸ਼ਨ। ਸ਼ਿਫਟ ਦੇ ਨਾਲ ਆਪਾਂ F5 ਦੱਬਾਂਗੇ ਜਦੋਂ, ਤਾਂ ਆਪਣਾ ਕੀ ਹੋ ਜਾਊਗਾ, ਓਪਨ ਐਂਡ ਫਾਈਂਡ ਰਿਪਲੇਸ ਬਾਕਸ। ਠੀਕ ਹੈ। ਇਹ ਗੱਲ ਯਾਦ ਰੱਖਣੀ, MS Excel ਦੀ ਗੱਲ ਹੋ ਰਹੀ ਹੈ। ਇਹ ਪਾਵਰ ਪੁਆਇੰਟ ਵਾਲੇ ਅਲੱਗ ਲਿਖ ਲਓ, ਦੂਸਰੇ ਅਲੱਗ ਲਿਖ ਲਓ। ਹੋਰ ਵੀ ਤੁਹਾਨੂੰ ਇੰਪੋਰਟੈਂਟ ਕਰਵਾਊਂਗਾ। ਇਨ MS ਪਾਵਰਪੁਆਇੰਟ 2019 ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਰ ਟੂ ਕੱਟ ਦਾ ਸਿਲੈਕਟਡ ਆਬਜੈਕਟ ਔਰ ਟੈਕਸਟ। ਕਹਿੰਦੇ ਆਪਾਂ MS ਪਾਵਰਪੁਆਇੰਟ ਦੇ ਵਿੱਚ ਕਿਹੜੀ ਸ਼ਾਰਟਕਟ ਕੀ ਹੈ ਜਿਹੜੀ ਯੂਜ਼ ਕੀਤੀ ਜਾਂਦੀ ਹੈ, ਕੱਟ ਸਿਲੈਕਟਡ, ਇੱਕ ਮਿੰਟ, ਕੱਟ ਸਿਲੈਕਟਡ ਆਬਜੈਕਟ ਜਾਂ ਟੈਕਸਟ। ਕੋਈ ਆਪਾਂ ਕੱਟ ਕਰਨਾ ਆਬਜੈਕਟ ਜਾਂ ਟੈਕਸਟ। ਦੇਖੋ ਕੱਟ ਦੀ ਗੱਲ ਕਿਤੇ ਵੀ ਆ ਜਾਂਦੀ ਉਹ 'ਤੇ ਐਕਸ ਤਾਂ ਆਊਗੀ। ਠੀਕ ਹੈ। ਤਾਂ ਐਕਸ ਕਿਹਦੇ 'ਚ ਪਈ ਹੈਗੀ, C ਨੰਬਰ ਆਪਸ਼ਨ 'ਚ ਪਈ ਹੈ। ਤਾਂ Ctrl+X ਨਾਲ ਆਪਾਂ ਕੋਈ ਵੀ ਚੀਜ਼ ਪਾਵਰ ਪੁਆਇੰਟ ਦੇ ਵਿੱਚ ਕੱਟ ਕਰ ਸਕਦੇ ਹਾਂ ਆਬਜੈਕਟ ਨੂੰ ਜਾਂ ਕਿਸੇ ਟੈਕਸਟ ਨੂੰ, ਅੱਖਰ ਨੂੰ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਇਨ MS Word 2019 ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਰ ਟੂ ਚੇਂਜ ਟੈਕਸਟ ਟੂ ਹੈਡਲਾਈਨ 2। ਕਹਿੰਦੇ ਆਪਾਂ MS Word ਦੇ ਵਿੱਚ, ਠੀਕ ਹੈ, ਜਿਹੜੀ ਟੈਕਸਟ ਦੀ ਹੈਡਲਾਈਨ ਆ ਉਹ 2 ਲਾਈਨਾਂ ਦੇ ਵਿੱਚ ਲਿਖਣੀ ਹੈ। ਠੀਕ ਹੈ। ਜੇ ਚੇਂਜ ਕਰਨੀ ਹੈ ਹੈਡਲਾਈਨ 2, ਤਾਂ ਉਹਦੇ ਵਾਸਤੇ ਆਪਾਂ ਕੀ ਵਰਤੋਂ ਕਰਾਂਗੇ, ਤਾਂ ਉਹਦੇ ਵਾਸਤੇ ਆਪਾਂ ਵਰਤੋਂ ਕਰਾਂਗੇ C ਨੰਬਰ ਆਪਸ਼ਨ ਦੀ, ਕੰਟਰੋਲ ਦੇ ਨਾਲ Alt+2। ਠੀਕ ਹੈ। ਕੰਟਰੋਲ ਦੇ ਨਾਲ Alt+2 ਦੀ ਵਰਤੋਂ ਕਰਾਂਗੇ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਇਨ MS ਪਾਵਰਪੁਆਇੰਟ 2019 ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਗਰੁੱਪ ਦਾ ਸਿਲੈਕਟਡ ਸ਼ੇਪ ਪਿਕਚਰ ਐਂਡ ਵਰਡ ਆਰਟ ਆਬਜੈਕਟ। ਕਹਿੰਦੇ MS ਪਾਵਰਪੁਆਇੰਟ ਦੇ ਵਿੱਚ ਕਿਹੜੀ ਸ਼ਾਰਟਕਟ ਕੀ ਹੈ ਜਿਹਦੀ ਵਰਤੋਂ ਦੇ ਨਾਲ ਆਪਾਂ, ਠੀਕ ਹੈ, ਕੋਈ ਗਰੁੱਪ ਆ ਉਹਦੇ ਵਿੱਚ ਸਿਲੈਕਟਡ ਜਿਹੜੇ ਸ਼ੇਪ ਵੀ ਅਤੇ ਪਿਕਚਰ ਵੀ, ਵਰਡ ਵੀ, ਆਰਟ ਆਬਜੈਕਟ ਆਰ ਵਰਤੋਂ ਕਰ ਸਕਦੇ ਆਪਾਂ, ਉਹਨੂੰ ਸਿਲੈਕਟ ਕਰ ਸਕਦੇ ਹਾਂ। ਠੀਕ ਹੈ। ਤਾਂ ਇਹ ਡਾਇਰੈਕਟ ਕਿਵੇਂ ਕਰ ਸਕਦੇ ਆਪਾਂ, ਤਾਂ ਡਾਇਰੈਕਟ ਕਰ ਸਕਦੇ ਹਾਂ ਭਾਈ A ਨੰਬਰ ਆਪਸ਼ਨ ਨਾਲ Ctrl+G ਨੱਪਾਂਗੇ ਜਦੋਂ, ਤਾਂ ਆਪਣੇ ਕੋਲ ਕੀ ਹੋ ਜਾਏਗਾ, ਸਿਲੈਕਟਡ ਸ਼ੇਪ ਪਿਕਚਰ ਐਂਡ ਵਰਡ ਆਬਜੈਕਟ ਆਪਣੇ ਕੋਲ ਐਡ ਹੋ ਜਾਣਗੇ, ਸਾਹਮਣੇ ਆ ਜਾਣਗੇ। ਇਨ MS ਪਾਵਰਪੁਆਇੰਟ 2019 ਇਹਨਾਂ ਵਿੱਚੋਂ ਕਲਿੱਪਬੋਰਡ ਕਿਸ ਜੋੜੇ ਦੇ ਵਿੱਚ ਆਉਂਦਾ ਹੈ। ਵੈਰੀ ਇੰਪੋਰਟੈਂਟ ਹੈ ਕਲਿੱਪਬੋਰਡ ਤੁਹਾਨੂੰ ਕਰਵਾ ਕੇ ਵੀ ਗਿਆ ਬਹੁਤ ਵਾਰ ਕਿ ਅੱਖਰਾਂ ਨੂੰ ਕਾਪੀ ਕਰਨ ਨੂੰ, ਟੈਕਸਟ ਨੂੰ ਕਾਪੀ ਕਰਨ ਨੂੰ ਕਲਿੱਪਬੋਰਡ ਕਹਿ ਦਿੰਦੇ, ਜਿਹਦੇ ਵਿੱਚ ਅੱਖਰ ਕਾਪੀ ਹੋ ਜਾਂਦੇ ਆ। ਤਾਂ ਇਹਦਾ ਆਨਸਰ ਹੈਗਾ C ਨੰਬਰ ਆਪਸ਼ਨ। ਤਾਂ ਜਿਹੜੀ ਕਲਿੱਪਬੋਰਡ ਆ ਭਾਈ ਇਹ C ਨੰਬਰ ਆਪਸ਼ਨ ਦੇ ਵਿੱਚ ਆਉਂਦੀ ਆ। ਇਨ MS ਪਾਵਰਪੁਆਇੰਟ 2019 ਦੇ ਵਿੱਚ ਇਮੇਜ ਇਹਨਾਂ ਦੇ ਵਿੱਚੋਂ ਕਿਹੜੇ ਜੋੜੇ ਦੇ ਵਿੱਚ ਆਉਂਦਾ ਹੈ। ਇਮੇਜ ਕੋਈ ਵੀ ਦੇਖਣੇ ਕਿਹੜੇ ਜੋੜੇ 'ਚ ਆਊਗਾ, ਰਿਵਿਊ 'ਚ ਆਊਗਾ, ਵਿਊ 'ਚ ਆਊਗਾ, ਹੋਮ 'ਚ ਆਊ, ਮੇਲ 'ਚ ਤਾਂ ਆਉਂਦਾ ਨਹੀਂ। ਠੀਕ ਹੈ ਨਾ, ਹੋਮ 'ਚ ਆਵੇ ਤਾਂ ਇਹ ਆਊਗਾ ਵਿਊ ਦੇ ਵਿੱਚ। ਇਮੇਜ ਇਹਨਾਂ ਦੇ ਵਿੱਚ ਕਿਹੜੇ ਜੋੜੇ ਦੇ ਵਿੱਚ ਆਉਂਦਾ ਹੈਗਾ, ਵਿਊ ਦੇ ਵਿੱਚ ਆਉਂਦਾ ਹੈਗਾ। ਇਨ MS Excel 2019 ਸ਼ੀਟ ਆਪਸ਼ਨ ਕੈਨ ਵੀ ਫਾਊਂਡ ਅੰਡਰ ਵਿੱਚ ਟੈਬ। ਠੀਕ ਹੈ। ਕਹਿੰਦੇ ਸ਼ੀਟ ਦੀ ਆਪਸ਼ਨ ਆਪਾਂ ਫਾਊਂਡ ਕਰਨੀ, ਜਿਹੜੀ ਸ਼ੀਟ ਆਪਣੀ, ਠੀਕ ਹੈ, ਉਹਦੀਆਂ ਆਪਸ਼ਨਾਂ ਜਿਹੜੀਆਂ ਉਹ ਆਪਾਂ ਫਾਈਂਡ ਕਰਨੀਆਂ ਅੰਡਰ ਕਿਹੜੀ ਟੈਬ ਦੇ ਵਿੱਚ ਆਉਣਗੀਆਂ ਸ਼ੀਟ ਦੀਆਂ ਆਪਸ਼ਨਾਂ,
ਤਾਂ ਇਹ ਭਾਈ ਦੱਸੋ ਕਹਿੰਦੇ ਇਹ ਕਹਿ ਚਾਹੁੰਗੇ ਦੇਖੋ ਵਿਊ 'ਚ ਤਾਂ ਆ ਨਹੀਂ ਸਕਦਾ, ਵਿਊ 'ਚ ਆਪਾਂ ਪੇਜ ਦੇਖ ਸਕਦੇ ਹਾਂ। ਇਹਨਾਂ ਨੇ ਪੁੱਛਣਗੇ ਆਪਸ਼ਨਾਂ, ਹੋਮ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ, ਡਾਟਾ ਦੇ ਨਾਲ ਵੀ ਕੋਈ ਸੰਬੰਧ ਨਹੀਂ, ਤਾਂ ਇਹਦਾ ਆਨਸਰ ਆ ਜਾਊਗਾ ਪੇਜ ਲੇਆਊਟ ਦੇ ਵਿੱਚ ਹੀ ਸਾਰੀਆਂ ਸ਼ੀਟ ਦੀਆਂ ਆਪਸ਼ਨਾਂ ਆਉਣਗੀਆਂ। ਇਨ MS PowerPoint 2019 ਵਿੱਚ ਸ਼ਾਰਟਕਟ ਕੀ ਯੂਜ਼ਰ ਟੂ ਸ਼ੋ ਐਂਡ ਹਾਈਡ ਫੋਕਸਡ ਐਟਮ ਦਾ ਸਿਲੈਕਸ਼ਨ ਪੇਨ। ਕਹਿੰਦੇ ਕਿਹੜੀ ਸ਼ਾਰਟਕਟ ਕੀ ਯੂਜ਼ ਕੀਤੀ ਜਾਂਦੀ ਹੈ, ਕੋਈ ਠੀਕ ਹੈ ਚੀਜ਼ ਸ਼ੋਅ ਅਤੇ ਹਾਈਡ ਕਰਨ ਵਾਸਤੇ ਸਿਲੈਕਸ਼ਨ ਪੇਨ ਦੇ ਵਿੱਚ, ਤਾਂ ਇਹ ਵਰਤੀ ਜਾਂਦੀ ਹੈ ਭਾਈ ਆਪਣੀ A ਨੰਬਰ ਆਪਸ਼ਨ। ਜੇ ਆਪਾਂ Ctrl+Shift+S ਦਾ ਬਦਲਾਂਗੇ ਆਪਣੀ ਸਿਲੈਕਸ਼ਨ ਪੇਨ ਹਾਈਡ ਜਾਂ ਸ਼ੋਅ ਹੋ ਜਾਊਗੀ। ਇਨ MS Word 2019 ਪੇਜ ਸੈਟਅਪ ਕੈਨ ਵੀ ਫਾਊਂਡ ਅੰਡਰ ਵਿੱਚ ਟਾਈਪ। ਕਹਿੰਦੇ ਆਪਾਂ MS Word ਦੇ ਵਿੱਚ ਜਿਹੜਾ ਪੇਜ ਹੈ ਉਹਦਾ ਸੈਟਅਪ ਆ ਜਿਹੜਾ ਫਾਊਂਡ ਕਰਨਾ, ਉਹ ਕਾਹਦੇ 'ਚ ਫਾਊਂਡ ਹੋਊਗਾ, ਇਹ ਆਪਾਂ ਹੁਣੀ ਕਰਕੇ ਕਹਿੰਦੇ ਨਾਲ ਦਾ ਆਪਰੇਸ਼ਨ ਪੇਜ ਲੇਆਊਟ ਵਾਲਾ, ਤਾਂ A ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆ ਜਾਊਗਾ। ਇਨ MS Excel 2019 ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਰ ਟੂ ਐਕਸਟੈਂਡ ਦਾ ਸਿਲੈਕਸ਼ਨ ਆਫ ਸ਼ੈੱਲ ਦਾ ਲਾਸਟ ਸ਼ੈੱਲ ਯੂਜ਼ਰ ਸ਼ੈੱਲ ਆਨ ਦਾ ਵਰਕਸ਼ੀਟ। ਕਹਿੰਦੇ ਇਹਨਾਂ ਦੇ ਵਿੱਚ 2019 ਦੇ ਵਿੱਚ MS Excel ਦੇ ਵਿੱਚ ਉਹ ਕਿਹੜੀ ਕੀ ਹੈ ਜਿਹਦੇ ਕਰਕੇ ਆਪਾਂ ਜਿਹੜੇ ਸ਼ੈੱਲ ਹੁੰਦੇ, ਸ਼ੈੱਲ ਕੀ ਹੁੰਦੇ ਦੇਖੋ, ਰੋ ਅਤੇ ਕਾਲਮ ਜਿਹੜਾ ਆਪਸ ਦੇ ਵਿੱਚ ਕੱਟ ਦਿੰਦੀਆਂ ਗਈਆਂ, ਆ ਜਿਹੜਾ ਇੱਕ ਖਾਨਾ ਬਣਦਾ ਇਹਨੂੰ ਆਪਾਂ ਸ਼ੈੱਲ ਕਹਿ ਦਿੰਦੇ ਹਾਂ। ਠੀਕ ਹੈ, ਇਹ ਸ਼ੈੱਲ ਹੈ ਜਿਹੜਾ ਇਹਨੂੰ ਆਪਾਂ ਐਕਸਟੈਂਡ ਕਰਨਾ, ਕਹਿੰਦਾ ਮੈਂ ਇਹਨੂੰ ਵੱਡਾ ਕਰਨਾ ਗਾ, ਤਾਂ ਉਹ ਸ਼ੈੱਲ ਵਾਸਤੇ ਪੂਰਾ ਲਾਸਟ ਸੈੱਲ ਤੱਕ ਇਹਨੂੰ ਆਪਾਂ ਵੱਡਾ ਕਰਨਾ ਗਾ, ਤਾਂ ਆਪਾਂ ਕਿਹੜੀ ਸ਼ਾਰਟਕਟ ਕੀ ਦੀ ਵਰਤੋਂ ਕਰਾਂਗੇ। ਤਾਂ ਦੇਖੋ ਆ ਵੀ ਨਹੀਂ ਹੁੰਦਾ ਅਤੇ E ਤਾਂ ਆ ਹੀ ਸਕਦਾ, E ਦੀ ਵਰਤੋਂ ਤਾਂ ਸੈਂਟਰ ਅਲਾਈਨਮੈਂਟ ਵਾਸਤੇ ਕੀਤੀ ਜਾਂਦੀ ਹੈ, ਤਾਂ ਇਹਦਾ ਆਨਸਰ ਆ ਜਾਊਗਾ ਵੀ ਆਪਣਾ B ਨੰਬਰ ਆਪਸ਼ਨ। Ctrl+Alt+N ਜਦੋਂ ਦਬਾਂਗੇ ਤਾਂ ਆਪਣੇ ਕੋਲ ਜਿਹੜਾ ਸ਼ੈੱਲ ਹੈਗਾ ਉਹ ਐਕਸਟੈਂਡ ਹੋ ਜਾਊਗਾ ਲਾਸਟ ਸੈੱਲ ਤੱਕ ਵਰਕਸ਼ੀਟ ਦੇ ਵਿੱਚ, ਐਕਸਟੈਂਡ ਦਾ ਮਤਲਬ ਵੱਧ ਜਾਊਗਾ। ਇਨ MS Excel 2019 ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਰ ਟੂ ਸਿਲੈਕਟ ਇੰਟਾਇਰ ਕਾਲਮ। ਕਹਿੰਦੇ ਆਪਾਂ ਕੋਈ ਵੀ ਇੰਟਾਇਰ ਕਾਲਮ ਆ ਜਿਹੜਾ ਉਹਨੂੰ ਸਿਲੈਕਟ ਕਰਨਾ ਗਾ, ਠੀਕ ਹੈ, ਵੈਰੀ ਇੰਪੋਰਟੈਂਟ। MS Excel ਦੇ ਵਿੱਚ ਸ਼ਾਰਟਕਟ ਕੀ ਆਪਾਂ ਕਿਹੜੀ ਵਰਤੋਂ ਕਰਾਂਗੇ, ਤਾਂ ਇਹਦੀ ਵਰਤੋਂ ਕਰਾਂਗੇ ਆਪਾਂ ਕੰਟਰੋਲ ਦੇ ਨਾਲ ਜੋ ਸਪੇਸ ਦੱਬਾਂਗੇ ਤਾਂ ਆਪਣੇ ਕੋਲ ਇੰਟਾਇਰ ਕਾਲਮ ਆਟੋਮੈਟਿਕਲੀ ਸਿਲੈਕਟ ਹੋ ਜਾਊਗਾ। ਹੁਣ ਚੱਲਦੇ ਆਪਾਂ ਅਗਲੇ 'ਤੇ। ਇਨ MS Excel 2019 ਜ਼ੂਮ ਕੈਨ ਵੀ ਫਾਊਂਡ ਅੰਡਰ ਵਿੱਚ ਟਾਈਪ। ਕਹਿੰਦੇ ਆਪਾਂ ਜ਼ੂਮ ਲਿਖਿਆ ਹੁੰਦਾ, ਜ਼ੂਮ ਜਿਹੜੀ ਜ਼ੂਮ ਆ ਕਹਿੰਦੇ ਆਪਾਂ ਇਹ MS Excel ਦੇ ਵਿੱਚ 2019 ਦੇ ਵਿੱਚ ਆਪਾਂ ਕਿੱਥੇ ਜਾਂ ਕਿਹੜੀ ਕੀ ਤੋਂ ਜਾ ਕੇ ਜਾਂ ਕਿਹੜੀ ਟਾਈਪ ਦੇ ਵਿੱਚ ਜਾ ਕੇ ਇਹ ਫਾਊਂਡ ਹੁੰਦਾ ਹੈਗਾ। ਜ਼ੂਮ ਲਿਖਿਆ ਜਿਵੇਂ ਥੱਲੇ ਕਮੈਂਟ ਲਿਖੇ ਆਉਂਦੇ ਹੁੰਦੇ ਆ ਜਾਂ ਕਲਿੱਪਬੋਰਡ ਲਿਖਿਆ ਹੁੰਦਾ ਉਵੇਂ ਜਿਵੇਂ ਕਹਿੰਦੇ ਕਿਹੜੀ ਕੀ ਦੇ ਵਿੱਚ ਜ਼ੂਮ ਲਿਖਿਆ ਹੋਊਗਾ, ਤਾਂ ਆਪਾਂ ਜ਼ੂਮ ਲਿਖਿਆ ਹੋਊਗਾ A ਨੰਬਰ ਆਪਸ਼ਨ ਦੇ ਵਿੱਚ। ਠੀਕ ਹੈ, A ਨੰਬਰ ਆਪਸ਼ਨ ਦੇ ਵਿੱਚ ਜ਼ੂਮ ਲਿਖਿਆ ਹੋਊਗਾ। ਇਸ ਤੋਂ ਬਾਅਦ ਆ ਵੈਰੀ ਇੰਪੋਰਟੈਂਟ MS Word 2000 PowerPoint 2019 ਦੇ ਵਿੱਚ ਕਿਹੜੀ ਸ਼ਾਰਟਕਟ ਕੀ ਜਿਹੜੀ ਆਪਾਂ ਸਪੈਲ ਚੈੱਕ ਵਾਸਤੇ ਵਰਤਦੇ ਹਾਂ, ਤਾਂ ਇਹ ਵਰਤਦੇ ਆਪਾਂ F7। ਇਨ MS Excel 2019 ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਰ ਟੂ ਫਾਰਮੈਟ ਫੌਂਟਸ ਇਨ ਦਾ ਫਾਰਮੈਟ ਸ਼ੈੱਲ ਡਾਇਲੌਗ। ਠੀਕ ਹੈ, ਇਨ MS Excel 2019 ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਡ ਕਿਹੜੀ ਸ਼ਾਰਟਕਟ ਕੀ ਯੂਜ਼ ਕੀਤੀ ਜਾਂਦੀ ਹੈ ਜਿਹੜੇ ਫਾਰਮੈਟ ਫੌਂਟ ਹੁੰਦੇ ਆਪਣੇ ਫਾਰਮੈਟ ਸੈੱਲ ਇਨ ਦਾ ਡਾਇਲੌਗ ਬਾਕਸ ਦੇ ਵਿੱਚ। ਠੀਕ ਹੈ, ਉਹਨਾਂ ਨੂੰ ਫਾਰਮੈਟ ਕਰਨ ਵਾਸਤੇ ਫੌਂਟਾਂ ਨੂੰ ਤਾਂ ਕਿਹੜੀ ਕੀ ਵਰਤੀ ਜਾਂਦੀ ਹੈ, ਉਹਦੇ ਵਾਸਤੇ ਕੀ ਵਰਤੀ ਜਾਂਦੀ ਹੈ ਭਾਈ A ਨੰਬਰ ਆਪਸ਼ਨ Ctrl+Shift+F। ਇਨ MS PowerPoint 2019 ਵਿੱਚ ਜੀ ਫੋਲੋਇੰਗ ਸੈਂਡ ਆਬਜੈਕਟ ਟੂ ਫਰੰਟ ਵਿੱਚ ਚੂਜ਼ ਕੀ। ਕਹਿੰਦੇ ਆਪਾਂ ਕੋਈ ਵੀ ਆਬਜੈਕਟ ਫਰੰਟ ਤੋਂ ਸੈਂਡ ਕਰਨਾ, ਵੈਰੀ ਇੰਪੋਰਟੈਂਟ ਹੈ। ਕੋਈ ਵੀ ਆਬਜੈਕਟ ਆਪਾਂ ਉਹ ਕਿਸੇ ਨੂੰ ਭੇਜਣਾ ਫਰੰਟ ਤੋਂ MS PowerPoint ਦੇ ਵਿੱਚ, ਤਾਂ ਕਿਹੜੀ ਕੀ ਦੀ ਵਰਤੋਂ ਕਰਾਂਗੇ ਆਪਾਂ, ਤਾਂ ਉਹਦੇ 'ਚ ਵਰਤੋਂ ਕਰਾਂਗੇ ਆਪਾਂ A ਆਪਸ਼ਨ ਦੀ। ਕੰਟਰੋਲ ਦੇ ਨਾਲ ਸ਼ਿਫਟ ਦੱਬ ਕੇ ਆਪਾਂ ਨਾਲ ਆਹ ਨਿਸ਼ਾਨ ਦੱਬ ਦਾਂਗੇ ਤਾਂ ਕੀ ਹੋ ਜਾਊਗਾ, ਸੈਂਡ ਆਬਜੈਕਟ ਹੋ ਜਾਊਗਾ ਫਰੰਟ ਤੋਂ। ਇਸ ਤੋਂ ਬਾਅਦ ਇਹ ਸੈਂਡ ਆਬਜੈਕਟ ਕਰਨਾ ਆਪਾਂ ਬੈਕ ਤੋਂ। ਠੀਕ ਹੈ, ਬੈਕ ਤੋਂ ਸੈਂਡ ਆਬਜੈਕਟ ਕਰਨਾ ਆਪਾਂ, ਤਾਂ ਫਿਰ ਕਿਵੇਂ ਕਰਾਂਗੇ, ਆਬਜੈਕਟ ਕੋਈ ਵੀ ਚੀਜ਼ ਹੋ ਸਕਦੀ ਹੈ। ਠੀਕ ਹੈ, ਫੋਟੋ ਵੀ ਹੋ ਸਕਦੀ ਹੈ, ਟੈਕਸਟ ਵੀ ਹੋ ਸਕਦੇ ਆ। ਤਾਂ ਇਹ MS PowerPoint 2019 ਦੇ ਵਿੱਚ ਆਪਾਂ ਜੇ ਕੋਈ ਸੈਂਡ ਆਬਜੈਕਟ ਕਰਾਂਗੇ, ਸੈਂਡ ਕਰਨਾ ਆਪਾਂ ਆਬਜੈਕਟ ਬੈਕ ਤੋਂ, ਤਾਂ ਕਿਹੜੀ ਕੀ ਦੀ ਵਰਤੋਂ ਕਰਾਂਗੇ, ਤਾਂ ਇਹਦੇ ਵਾਸਤੇ ਆਪਾਂ ਕੀ ਦੀ ਵਰਤੋਂ ਕਰਾਂਗੇ A ਨੰਬਰ ਆਪਸ਼ਨ Ctrl+Shift+ ਆਹ ਚੀਜ਼, ਉਹਦੇ ਵਿੱਚ ਆਪਾਂ ਸਾਹਮਣੇ ਤੋਂ ਕਰਨ ਵਾਸਤੇ ਇਹ, ਬੈਕ ਤੋਂ ਕਰਨ ਵਾਸਤੇ ਆਹ ਨਿਸ਼ਾਨ, ਬਾਕੀ ਸਾਰਾ ਸੇਮ ਹੀ ਹੈ। MS Excel 2019 ਦੇ ਵਿੱਚ ਕਿਹੜੀ ਸ਼ਾਰਟਕਟ ਕੀ ਮੌਜੂਦ ਤਰੀਕ ਨੂੰ ਦਰਜ ਕਰਨ ਲਈ ਕੀਤੀ ਜਾਂਦੀ ਹੈ, ਕਿ ਮੌਜੂਦਾ ਤਰੀਕ ਹੈਗੀ ਆਪਾਂ ਉਹਨੂੰ ਦਰਜ ਕਰਨਾ ਗਾ। ਠੀਕ ਹੈ, ਤਾਂ ਉਹਦੇ ਵਾਸਤੇ ਆਪਾਂ ਕਿਹੜੀ ਸ਼ਾਰਟਕਟ ਕੀ ਦੀ ਵਰਤੋਂ ਕਰਾਂਗੇ, ਤਾਂ ਉਹਦੇ ਵਾਸਤੇ ਆਪਾਂ ਵਰਤੋਂ ਕਰਾਂਗੇ A ਨੰਬਰ ਆਪਸ਼ਨ ਦੀ।
ਕੰਟਰੋਲ ਦੇ ਨਾਲ ਆਪਾਂ 2 ਬਿੰਦੀਆਂ ਲਾਵਾਂਗੇ, ਆਹ 2 ਬਿੰਦੀਆਂ ਨਹੀਂ ਲਾਵਾਂਗੇ। ਠੀਕ ਹੈ, ਗੱਲ ਯਾਦ ਰੱਖਣੀ ਹੈ। ਮੌਜੂਦਾ ਤਰੀਕ ਜਿਹਨੂੰ ਆਪਾਂ ਕਹਿੰਦੇ ਨਾ ਕਰੰਟ ਡੇਟ, ਕਰੰਟ ਡੇਟ ਪਾਉਣ ਵਾਸਤੇ ਆਪਾਂ ਕਿਹੜੀ ਚੀਜ਼ ਦੀ ਵਰਤੋਂ ਕਰਾਂਗੇ MS ਐਕਸਲ ਦੇ ਵਿੱਚ, ਕੰਟਰੋਲ ਪਲੱਸ ਡੋਟਸ ਜੀ। ਇਨ MS ਐਕਸਲ 2019 ਦੇ ਵਿੱਚ ਜੀ ਫੋਲੋਇੰਗ ਇੰਜੀਨੀਅਰਿੰਗ ਨੂੰ ਇਹਨਾਂ ਦੇ ਵਿੱਚੋਂ ਕਿਹੜਾ ਕੋਡ ਆ ਜਿਹੜਾ ਡਿਨੋਟ ਕੀਤਾ ਜਾਂਦਾ, ਕਿਹੜਾ ਕੋਡ ਇੰਜੀਨੀਅਰਿੰਗ ਨਾਲ ਸੰਬੰਧਿਤ ਹੈ। ਤਾਂ ਆਪਾਂ ਇੰਜੀਨੀਅਰਿੰਗ ਦਾ ਜਿਹੜਾ ਕੋਡ ਹੈਗਾ ਯਾਦ ਕਰ ਲਿਓ, OCT2HEX। ਓਕੇ, ਇਹ ਨੰਬਰ ਆਪਸ਼ਨ। ਇਨ MS ਐਕਸਲ 2019 ਦੇ ਵਿੱਚ ਜੀ ਫੋਲੋ ਫਾਈਨੈਂਸ਼ੀਅਲ ਵਾਸਤੇ ਕਿਹੜਾ ਕੋਡ ਵਰਤਿਆ ਜਾਂਦਾ ਹੈਗਾ MS ਐਕਸਲ ਦੇ ਵਿੱਚ, ਇਹ ਵਰਤਿਆ ਜਾਂਦਾ ODDF ਪ੍ਰਾਈਸ। ਇਨ MS ਪਾਵਰਪੁਆਇੰਟ 2019 ਦੇ ਵਿੱਚ ਸ਼ਾਰਟਕਟ ਕੀ ਇਜ ਯੂਜ ਸਟਾਰਟ ਪ੍ਰੈਜੈਂਟੇਸ਼ਨ ਆਫ ਦਾ ਕਰੰਟ ਸਲਾਈਡ। ਜਿਹੜੀ ਵੀ ਕੋਈ ਕਰੰਟ ਸਲਾਈਡ ਹੈਗੀ ਆਪਣੇ ਸਾਹਮਣੇ ਉਸ ਸਮੇਂ ਦੀ, ਜਿਵੇਂ ਮੰਨ ਲਓ ਕੋਈ ਮੈਂ ਸਲਾਈਡ ਕੱਢੀ ਬੈਠਾ, ਉਹ ਸਲਾਈਡ ਦੇ ਵਿੱਚ ਮੈਂ ਕਹਿਣਾ ਕਿ ਭਾਈ ਪ੍ਰੈਜੈਂਟੇਸ਼ਨ ਸ਼ੋਅ ਹੋਈ ਜਾਵੇ ਮੇਰੇ ਕੋਲ ਆਪਣੇ ਆਪ ਹੀ। ਠੀਕ ਹੈ, ਤਾਂ ਮੈਂ ਕਿਹੜੀ ਕੀ ਦੀ ਵਰਤੋਂ ਕਰੂੰਗਾ ਉਹਦੇ ਵਿੱਚ, ਤਾਂ ਉਹਦੇ ਵਿੱਚ ਵਰਤੋਂ ਕਰੂੰਗਾ ਮੈਂ ਸ਼ਿਫਟ ਪਲੱਸ F ਦੀ। ਠੀਕ ਹੈ, ਸ਼ਿਫਟ ਪਲੱਸ F5 ਦੀ ਵਰਤੋਂ ਕਰੂੰਗਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਰੈਫਰ ਨਾਲ 5 ਲਿਖ ਲਓ। ਸ਼ਾਰਟਰ ਐਂਡ ਫਿਲਟਰ ਆਈਕਨ ਲਈ MS ਐਕਸਲ ਦੇ ਵਿੱਚ ਕਿਹੜੀ ਟੈਬ ਹੁੰਦੀ ਹੈ? ਸ਼ਾਰਟਰ ਕੀ ਹੁੰਦਾ ਗਾ? ਸ਼ਾਰਟਰ ਜਦੋਂ ਖੋਲਾਂਗੇ ਆਪਾਂ ਕੋਈ ਫਾਈਲ ਦੇਖਣੀ, ਭਾਵੇਂ ਡੇਟ ਰੱਖੀ ਆਪਾਂ ਡੇਟ ਦੇ ਹਿਸਾਬ 'ਤੇ ਦੇਖਣੀ ਹੈ, ਕਿ ਆਪਾਂ ਸਾਈਜ਼ ਦੇ ਹਿਸਾਬ 'ਤੇ ਦੇਖਣੀ ਹੈ। ਠੀਕ ਹੈ, ਜਾਂ ਆਪਾਂ ਟਾਈਮ ਦੇ ਹਿਸਾਬ 'ਤੇ ਦੇਖਣੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਸ਼ਾਰਟਰ ਦੇ ਵਿੱਚ ਆ ਜਾਂਦੀਆਂ। ਜੇ ਆਪਾਂ ਕੋਈ ਦੇਖਣੇ ਕਿ ਆਪਣੇ ਪੁਰਾਣੀਆਂ ਫੋਟੋਆਂ ਕਿਤੇ ਨਵੀਆਂ ਫੋਟੋਆਂ ਕਿਵੇਂ ਹੈ, ਤਾਂ ਆਪਾਂ ਬਾਈ ਡੇਟ 'ਤੇ ਕਰਾਂਗੇ ਤਾਂ ਆਟੋਮੈਟਿਕ ਡੇਟ ਦੇ ਹਿਸਾਬ 'ਤੇ ਉਹ ਆਰਡਰ ਦੇ ਵਿੱਚ ਆ ਜਾਣਗੀਆਂ। ਜੇ ਆਪਾਂ ਸਾਈਜ਼ ਕਰਾਂਗੇ ਸਾਈਜ਼ ਦੇ ਹਿਸਾਬ 'ਤੇ ਆ ਜਾਣਗੇ, ਵੱਡੀਆਂ ਪਹਿਲਾਂ ਆ ਜਾਣਗੀਆਂ, ਛੋਟੀਆਂ ਬਾਅਦ 'ਚ, ਜਿਵੇਂ ਮਰਜ਼ੀ। ਠੀਕ ਹੈ, ਤਾਂ ਇਹ ਸਾਰੇ ਕੰਮ ਕਹਿੰਦੇ ਸ਼ਾਰਟਰ ਫਿਲਟਰ ਆਈਕਨ MS ਐਕਸਲ ਦੇ ਵਿੱਚ ਕਿਹੜੀ ਟਾਈਪ ਦੇ ਵਿੱਚ ਹੁੰਦੇ ਆ ਸਾਰੇ ਫੰਕਸ਼ਨ ਇਹ। ਤਾਂ ਭਾਈ ਇਹ ਹੁੰਦੇ ਆਪਣੇ A ਨੰਬਰ ਆਪਸ਼ਨ, ਹੋਮ ਦੇ ਵਿੱਚ ਹੁੰਦੇ ਆ। ਠੀਕ ਹੈ, ਹੋਮ ਟੈਬ ਦੇ ਵਿੱਚ ਹੁੰਦੇ ਆ। MS ਪਾਵਰਪੁਆਇੰਟ 2019 ਦੇ ਵਿੱਚ ਨਿਊ ਸਲਾਈਡ ਫੰਕਸ਼ਨ ਕਿਸ ਵਿੱਚ ਆਉਂਦਾ ਹੈ? ਤਾਂ ਇਹ ਹੁੰਦਾ ਭਾਈ ਹੋਮ ਦੇ ਵਿੱਚ। ਵੈਰੀ ਵੈਰੀ ਇੰਪੋਰਟੈਂਟ ਆ, ਹੋਮ ਦੇ ਵਿੱਚ ਆਉਂਦਾ ਭਾਈ ਕਿਹੜਾ? ਨਿਊ ਸਲਾਈਡ ਫੰਕਸ਼ਨ। MS ਪਾਵਰਪੁਆਇੰਟ 2019 ਸਲਾਈਡ ਬੈਕਗਰਾਊਂਡ ਕਿਸ ਵਿੱਚ ਆਉਂਦਾ ਹੈ? ਠੀਕ ਹੈ, MS ਪਾਵਰਪੁਆਇੰਟ 2019 ਦੇ ਵਿੱਚ ਸਲਾਈਡ ਜਿਹੜਾ ਬੈਕਗਰਾਊਂਡ ਆਪਾਂ ਕੋਈ ਵੀ ਸਲਾਈਡ ਹੈ, ਠੀਕ ਹੈ, ਉਹਦਾ ਬੈਕਗਰਾਊਂਡ ਆ ਜਿਹੜਾ ਕਹਿੰਦੇ ਉਹ ਕਿਸ ਵਿੱਚ ਆਉਂਦਾ ਹੈ? ਜੇ ਆਪਾਂ ਕਹਿੰਦੇ ਕਿ ਬੈਕਗਰਾਊਂਡ ਚੇਂਜ ਕਰਨ ਦਾ ਕਾਹਦੇ 'ਚ ਆਊਗਾ ਉਹ ਸਲਾਈਡ ਦਾ ਬੈਕਗਰਾਊਂਡ ਕਿਹੜੀ ਟਾਈਪ ਦੇ ਵਿੱਚ ਆਊਗਾ? ਡਿਜ਼ਾਈਨ, ਹੋਮ, ਇਨਸਰਟ। ਤਾਂ ਇਹ ਆਊਗਾ ਬਈ ਡਿਜ਼ਾਈਨ ਦੇ ਵਿੱਚ। ਠੀਕ ਹੈ, A ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈਗਾ। ਇਨ MS ਐਕਸਲ ਡੇਟ ਐਂਡ ਟਾਈਮ ਕਿਸ ਚੀਜ਼ ਲਈ ਵਰਤੀ ਜਾਂਦੀ ਹੈ? ਆਪਾਂ ਕਰੰਟ ਟਾਈਮ ਪਾਉਣਾ, ਤੇ ਕਰੰਟ ਟਾਈਮ ਲਿਖਣਾ ਸੀ। ਕਰੰਟ ਟਾਈਮ ਪਾਉਣਾ ਡੇਟ ਜਾਂ ਟਾਈਮ ਦਾ, ਉਸ ਲਈ ਕਿਹੜੀ ਚੀਜ਼ ਵਰਤੀ ਜਾਂਦੀ? ਉਸ ਲਈ ਵਰਤਿਆ ਜਾਂਦਾ ਨਾਓ। ਠੀਕ ਹੈ, ਕਰੰਟ ਡੇਟ ਐਂਡ ਟਾਈਮ ਲਈ ਨਾਓ ਵਰਤਿਆ ਜਾਂਦਾ। ਇਸ ਤੋਂ ਬਾਅਦ MS ਪਾਵਰਪੁਆਇੰਟ 2019 ਵਿੱਚ ਸ਼ਾਰਟਕਟ ਕੀ ਇਸ ਯੂਜ਼ ਟੂ ਓਪਨ ਦਾ ਰਿਪਲੇਸ ਡਾਇਲੌਗ ਬਾਕਸ। ਦੇਖੋ ਕਿਤੇ ਵੀ ਰਿਪਲੇਸ ਡਾਇਲੌਗ ਬਾਕਸ ਦੀ ਵਰਤੋਂ ਆ, ਜੇ H ਦੀ ਵਰਤੋਂ ਤਾਂ ਆਪਾਂ ਉੱਥੇ ਕਰਦੇ ਹੁੰਦੇ ਆ, ਤਾਂ H ਦੇ ਨਾਲ ਆਪਾਂ ਕੀ ਲਾ ਦਿੰਦੇ ਹੁੰਦੇ ਆ? ਕੰਟਰੋਲ ਪਲੱਸ H। ਇਹਨਾਂ ਕੀ ਹੋ ਜਾਊਗਾ? ਰਿਪਲੇਸ ਡਾਇਲੌਗ ਬਾਕਸ। ਤਾਂ B ਨੰਬਰ ਆਪਸ਼ਨ ਹੈ ਬਿਲਕੁਲ ਸਹੀ ਆਨਸਰ ਹੈ। ਲਾਸਟ ਪ੍ਰਸ਼ਨ ਆ ਗਿਆ ਆਪਣੇ ਕੋਲ। ਇਨ MS ਪਾਵਰਪੁਆਇੰਟ 2019 ਵਿੱਚ ਫੋਲੋਇੰਗ ਦਾ ਡਿਲੀਟ ਆਨ ਦਾ ਰਾਈਟ ਵਰਡ। ਕਹਿੰਦੇ ਆਪਾਂ ਜਿਵੇਂ ਆ ਮੇਰਾ ਅੱਗੇ ਲਿਖਿਆ ਹੋਇਆ ਰਾਈਟ ਆ ਗਿਆ, ਲੈਫਟ ਆ ਗਿਆ। ਜੇ ਕਹਿੰਦੇ ਰਾਈਟ ਤੋਂ ਮੈਂ ਆਪਣਾ ਉਹ ਸ਼ਬਦ ਡਿਲੀਟ ਕਰਨਾ ਗਾ, ਠੀਕ ਹੈ, ਰਾਈਟ ਤੋਂ ਡਿਲੀਟ ਕਰਨਾ ਗਾ, ਤਾਂ ਮੈਂ ਡਿਲੀਟ ਦੀ ਵਰਤੋਂ ਕਰਨੀ ਹੈ, ਪਰਮਾਨੈਂਟ ਡਿਲੀਟ ਕਰਨਾ ਮੈਂ। ਤਾਂ ਕਿਹੜੇ ਸ਼ਬਦ ਕਿਹੜੀ ਚੀਜ਼ ਦੀ ਵਰਤੋਂ ਕਰੂੰਗਾ ਮੈਂ ਵਰਤੋਂ ਕਰੂੰਗਾ ਕੰਟਰੋਲ ਪਲੱਸ ਡਿਲੀਟ ਦੀ। ਤਾਂ A ਨੰਬਰ ਆਪਸ਼ਨ। ਠੀਕ ਹੈ, ਡਿਲੀਟ ਦੇ ਸਪੈਲਿੰਗ ਗੱਲ ਤਾਂ ਸੀ ਨਹੀਂ ਪੈਣੀ ਸੀ, ਤਾਂ ਕੰਟਰੋਲ ਪਲੱਸ ਡਿਲੀਟ A ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈ। ਤਾਂ ਭਾਈ ਫੇਰ ਲਓ ਸਾਰੇ ਬੱਚੇ। ਠੀਕ ਹੈ, ਅਤੇ ਇਹਦੇ ਵਿੱਚ ਇਹ ਸਭ ਬਿਲਕੁਲ ਇੰਪੋਰਟੈਂਟ ਨੇ, ਅਤੇ ਇਹਨਾਂ ਦੇ ਵਿੱਚੋਂ ਪ੍ਰਸ਼ਨ ਪੁੱਛਣ ਦੇ ਫੁੱਲ ਚਾਂਸ ਨੇ। ਬਾਕੀ ਤੁਹਾਨੂੰ ਇੱਕ ਪਾਰਟ ਹੋਰ ਲੈ ਕੇ ਆਊਂਗਾ ਮੈਂ, ਅਤੇ ਉਹ ਵਿੱਚ ਡਿਟੇਲ ਦੇ ਵਿੱਚ ਕਰਨਾ ਗਾ ਕਿ ਇਹਨੂੰ 40 ਦੇ 40 ਨੂੰ ਕਰੋ। ਠੀਕ ਹੈ, ਕਿਉਂਕਿ ਜਿਹੜੇ ਸਿਪਾਹੀਆਂ ਦੇ ਪੇਪਰ ਵਿੱਚ 2019 ਦੇ ਕੀ ਪੁੱਛ ਸਕਦੇ, ਕਿਉਂਕਿ ਬਾਹਰਲੇ ਪੇਪਰਾਂ ਦੇ ਵਿੱਚ ਇਹ 2019 ਦੀ ਕੀ ਪੁੱਛ ਰਹੇ ਅੱਜ ਕੱਲ੍ਹ। ਠੀਕ ਹੈ ਜੀ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰਿਓ।